Dear students, ਅੱਜ ਅਸੀਂ ਜਿਹੜਾ ਸਟਰਕਚਰ ਮਕੈਨਿਕ ਦਾ ਪਹਿਲਾ ਚੈਪਟਰ ਕੀਤਾ ਤੇ ਸਿੰਪਲ ਸਟ੍ਰੈਸ ਐਂਡ ਸਟ੍ਰੇਨ ਉਹਦੇ ਬੇਸ ਦੇ ਉੱਤੇ ਹੂਕਸ ਲਾ ਦੇ ਬੇਸ ਤੇ ਕਿਹੜੇ ਨਿਊਮੈਰੀਕਲਸ ਨੇ ਅੱਜ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੂਕਸ ਲਾ ਨੂੰ ਇੱਕ ਵਾਰ ਅਸੀਂ ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ। ਅਕੋਰਡਿੰਗ ਟੂ ਹੂਕਸ ਲਾ, ਜਦੋਂ ਇਲਾਸਟਿਕ ਰੀਜਨ ਦੇ ਵਿੱਚ ਕਿਸੇ ਮਟੀਰੀਅਲਸ ਨੂੰ ਅਸੀਂ ਸਟ੍ਰੈਸ ਪ੍ਰੋਡਿਊਸ ਤੋਂ ਉਹਦੇ ਉੱਤੇ ਪਾਉਂਦੇ ਆ ਤਾਂ ਜਿਹੜੀ ਸਟ੍ਰੈਸ ਆ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੇਨ। It means that the ratio of stress with the corresponding strain gives us a constant. That constant is called the elastic constant. Elastic limit ਦੇ ਵਿੱਚ ਹੁੰਦਾ ਉਸ constant ਨੂੰ ਅਸੀਂ ਕਹਿੰਦੇ ਹਾਂ modulus of elasticity ਜਾਂ Young's modulus। ਉਹਦੀ ਵੈਲਿਊ ਅਸੀਂ ਜੇ numerically ਦੇਖੀਏ mathematically stress is directly proportional to strain। ਜਦੋਂ ਇਹਦਾ constant of proportionality ਅਸੀਂ ਉੱਥੋਂ ਹਟਾਤਾ equal to ਜਿਹੜੀ ਕਰਤੇ ਉੱਥੇ ਅਸੀਂ ਜਿਹੜਾ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਦੈਟ ਇਜ਼ E ਯੰਗਸ ਮੋਡੂਲਸ ਜਿਹਨੂੰ ਕਹਿੰਦੇ ਨੇ। ਤੇ ਯੂਨਿਟ ਸੇਮ ਨੇ ਜੋ ਸਾਡੇ ਸਟ੍ਰੈਸ ਦੇ ਹੁੰਦੇ ਨੇ। ਸੋ ਸਟ੍ਰੈਸ ਡਿਵਾਈਡਡ ਬਾਈ ਸਟ੍ਰੇਨ P upon A ਡੈਲਟਾ L upon L ਇਹ ਸਾਡੇ ਕੋਲ ਇੱਕ ਰਿਲੇਸ਼ਨ ਹੈ ਜਿਹੜਾ ਆ ਜਾਂਦਾ। Change in length or deformation of a body. Suppose a bar of a length L is subjected to force P kilonewton। ਇੱਕ ਕੋਈ L ਲੈਂਥ ਦਾ ਬਾਰ ਹੈ, P ਲੋਡ ਉਹਦੇ ਤੇ ਲਾਇਆ ਗਿਆ ਤੇ ਇੰਨੀ ਡੈਲਟਾ ਜਿਹੜੀ ਹੈ ਉਹਦੇ ਵਿੱਚ ਚੇਂਜ ਆਈ ਹੈ ਜਿਹੜੀ ਹੈਗੀ, ਤਾਂ ਅਸੀਂ ਉਸ ਨੂੰ ਅੱਗੇ ਕਿਵੇਂ ਡਿਸਕਸ ਕਰਨਾ। ਸਪੋਜ਼ ਕਰੋ ਆ ਡੈਲਟਾ ਜਿਹੜੀ ਆ ਚੇਂਜ ਆਈ ਹੈ, ਸੋ ਉਹਦਾ ਜਿਹੜਾ ਅਸੀਂ ਜਦੋਂ ਇਹਨੂੰ ਸੋਲਵ ਕਰਦੇ ਐਸ ਪਰ ਹੂਕਸ ਲਾ ਚੇਂਜ ਇਨ ਲੈਂਥ ਜਿਹੜੀ ਆ PL upon EA ਅਸੀਂ ਜੋ ਪਿਛਲਾ ਫਾਰਮੂਲਾ ਕੀਤਾ ਸੀ ਉੱਥੇ ਹੀ ਆ ਜਾਂਦਾ ਸਾਡੇ ਕੋਲ। ਸੋ ਡੈਲਟਾ ਜਿਹੜਾ ਤੁਹਾਡਾ ਚੇਂਜ ਇਨ ਲੈਂਥ ਦੈਟ ਇਜ਼ ਇਕੁਅਲ ਟੂ P is the load, L is the length, E is the Young's modulus, A is the area। ਜਿਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਦੇ ਹਾਂ। P force applied, A is the cross sectional area, E modulus of elasticity, L ਜਿਹੜਾ length of the bar ਹੈ। ਸੋ ਇਹਨਾਂ ਤੋਂ ਅਸੀਂ ਡੈਲਟਾ ਜਿਹੜਾ ਹੈਗਾ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ। ਯੂਨੀਫਾਰਮਲੀ ਟੇਪਰਡ ਜਿਹੜਾ ਹੈਗਾ ਸਰਕੂਲਰ ਬਾਰ ਹੋਵੇ। Let us consider a uniformly tapering circular bar subject to an axial load P। ਜੇ ਆਪਾਂ ਫਿਗਰ ਤੋਂ ਦੇਖੀਏ ਤਾਂ ਸਾਨੂੰ ਕਲੀਅਰ ਹੋ ਜਾਊਗਾ ਕਿ ਇਦਾਂ ਜਿਹੜਾ ਸਰਕੂਲਰ ਬਾਰ ਆ ਇਹ ਟੇਪਰ ਜਾ ਰਿਹਾ, ਤਾਂ ਉਸ ਦਾ ਅਸੀਂ ਕਿਵੇਂ ਸੋਲਵ ਕਰਨਾ ਹੈਗਾ। ਉਹਦਾ ਜਿਹੜਾ ਸੋਲੂਸ਼ਨ ਹੈ ਦੈਟ ਇਜ਼ ਦਿਸ। ਚੇਂਜ ਇਨ ਲੈਂਥ ਜਿਹੜੀ ਹੈ ਦੈਟ ਇਜ਼ 4PL ਡਿਵਾਈਡਡ ਬਾਈ ਪਾਈ E D1 into D2। ਸੋ ਇੱਥੋਂ ਅਸੀਂ ਜਿਹੜਾ ਨੂੰ ਕੈਲਕੂਲੇਟ ਕਰ ਸਕਦੇ ਹਾਂ ਚੇਂਜ ਇਨ ਲੈਂਥ ਨੂੰ। Let's try a numerical. Calculate longitudinal stress developed in 2 cm dia bar undergo tensile force of 120 kilonewton। So 120 kilo circular bar है, circular bar है ਜਿਹੜਾ ਉਹਦਾ 2 cm ਜਿਹੜਾ ਹੈਗਾ ਡਾਇਆ ਉਹਨੂੰ ਅਸੀਂ 20 mm ਕਹਿ ਸਕਦੇ ਹਾਂ। ਸੋ ਜਦੋਂ ਅਸੀਂ ਗਿਵਨ ਜਿਹੜੀਆਂ ਚੀਜ਼ਾਂ ਨੇ ਡਾਇਆਮੀਟਰ 2 cm ਉਹਨੂੰ ਅਸੀਂ mm ਚ ਕਨਵਰਟ ਕਰ ਲਿਆ 20 mm ਹੋ ਗਿਆ। ਟੈਂਸਾਈਲ ਫੋਰਸ P 120 ਕਿਲੋ ਨਿਊਟਨ ਉਹਨੂੰ ਅਸੀਂ ਜਦੋਂ ਕਿਲੋ ਨਿਊਟਨ ਦੇ ਵਿੱਚ ਕਨਵਰਟ ਕਰ ਲਿਆ ਤਾਂ ਸਾਡੇ ਕੋਲ ਆ ਵੈਲਿਊ ਆ ਗਈ। ਸੋ P ਸਾਡੇ ਕੋਲ ਇੰਨਾ, ਇਹ ਸਾਨੂੰ ਗਿਵਨ ਦਿੱਤੀਆਂ ਹੋਈਆਂ ਦੋ ਚੀਜ਼ਾਂ। ਹੁਣ ਅਸੀਂ ਇਹਨੂੰ ਸੋਲੂਸ਼ਨ ਕਰਨਾ। ਸੋਲੂਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਏਰੀਆ ਕੈਲਕੂਲੇਟ ਕਰਾਂਗੇ। ਏਰੀਆ ਸਾਨੂੰ ਪਤਾ ਹੈ ਸਰਕੂਲਰ ਬਾਰ ਦਾ π/4 into d ਸਕੁਅਰ ਹੁੰਦਾ। ਦੈਟ ਵੈਲਿਊ ਨੂੰ ਅਸੀਂ ਜਦੋਂ ਕੈਲਕੂਲੇਟ ਕੀਤਾ ਉਹ ਸਾਡੇ ਕੋਲ ਆ ਗਈ 314 mm square, 314 mm square। Then stress is equal to we know P upon A। stress ਦੀ ਜਿਹੜੀ ਸਾਡੀ ਡੈਫੀਨੇਸ਼ਨ ਉਹ ਪਹਿਲਾਂ ਅਸੀਂ ਕਰ ਚੁੱਕੇ ਹਾਂ ਤੇ P upon A ਹੈ, ਉਹਨੂੰ ਜਦੋਂ ਅਸੀਂ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ ਆ ਜਾਂਦਾ 382.16 ਨਿਊਟਨ ਪਰ mm square। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਸੋਲਵ ਕਰ ਲਿਆ। ਇਦਾਂ ਦੇ ਛੋਟੇ ਛੋਟੇ ਕੁਐਸਚਨਸ ਨੇ ਜਿਹੜੇ ਸਾਡੇ ਆਉਣਗੇ। ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਜਿਹਦੇ ਚ ਆਪਾਂ ਹੋਰ ਚੀਜ਼ਾਂ ਨੂੰ ਡਿਸਕਸ ਕਰਾਂਗੇ। ਡਿਟਰਮਿਨ ਦਾ ਟੈਂਸਾਈਲ ਫੋਰਸ ਔਨ ਅ ਸਟੀਲ ਬਾਰ ਆਫ ਅ ਸਰਕੂਲਰ ਕ੍ਰਾਸ ਸੈਕਸ਼ਨ। ਇੱਥੇ ਜਿਹੜਾ 25 mm ਡਾਇਆਮੀਟਰ ਦਿੱਤਾ ਹੈ। ਇਫ ਸਟ੍ਰੇਨ ਇਕੁਅਲ ਟੂ ਸਟ੍ਰੇਨ ਦਿੱਤੀ ਹੈ, E ਦਿੱਤਾ ਹੈ, ਤਾਂ ਅਸੀਂ ਕੈਲਕੂਲੇਟ ਕੀ ਕਰਨਾ, ਸਟ੍ਰੈਸ ਕੈਲਕੂਲੇਟ ਕਰਨੀ ਹੈ ਤੇ ਡਿਫਾਰਮੇਸ਼ਨਸ ਕੈਲਕੂਲੇਟ ਕਰਨੀ ਹੈ। ਗਿਵਨ ਡਾਟਾ ਸਾਡੇ ਕੋਲ ਡਾਇਆਮੀਟਰ ਆਫ ਸਟੀਲ ਬਾਰ 25 mm, ਸਟ੍ਰੇਨ ਉਹ ਵੀ ਦਿੱਤੀ ਹੈ, E ਦੀ ਵੈਲਿਊ ਵੀ ਦਿੱਤੀ ਹੈ। ਫਾਈਂਡ ਕੀ ਕਰਨਾ ਅਸੀਂ, ਅਪਲਾਈਡ ਲੋਡ ਕਿੰਨਾ ਹੈਗਾ ਉਹਨੂੰ ਫਾਈਂਡ ਆਊਟ ਕਰਨਾ। ਸੋਲੂਸ਼ਨ ਦੇ ਵਿੱਚ ਉਹੀ ਸਭ ਤੋਂ ਪਹਿਲਾਂ ਅਸੀਂ ਏਰੀਆ ਕੈਲਕੂਲੇਟ ਕਰਾਂਗੇ।
ਏਰੀਆ ਪਾਈ ਬਾਈ 4 into 25 ਇੰਨਾ ਸਾਡਾ ਜਦੋਂ ਕੈਲਕੂਲੇਟ ਕੀਤਾ ਤਾਂ ਉਹਦੇ ਵਿੱਚ ਸਾਡੇ ਕੋਲ ਆ ਗਿਆ 490.62 mm square। ਸਟੈਪ 1 ਟੂ ਫਾਈਂਡ ਦਾ ਸਟ੍ਰੈਸ ਇਨ ਦਾ ਬਾਰ। ਸਟ੍ਰੈਸ ਜਿਹੜੀ ਫਾਈਂਡ ਆਊਟ ਕਰਨੀ ਹੈ ਸਭ ਤੋਂ ਪਹਿਲਾਂ ਸਟ੍ਰੈਸ ਨੂੰ ਅਸੀਂ ਜਾਣਦੇ ਹਾਂਗੇ ਕਿ P upon A ਹੁੰਦੀ ਹੈ ਕਿ ਸਾਡੀ ਇਲਾਸਟਿਕ ਮੋਡੂਲਸ ਸੌਰੀ ਸਟ੍ਰੈਸ ਜਿਹੜਾ ਕਾਹਦੇ ਬਰਾਬਰ ਹੁੰਦਾ ਸਟ੍ਰੈਸ ਡਿਵਾਈਡਡ ਬਾਈ ਸਟ੍ਰੇਨ। ਸਾਨੂੰ ਸਟ੍ਰੇਨ ਵੀ ਦਿੱਤੀ ਹੈ ਇਲਾਸਟਿਕ ਮੋਡੂਲਸ ਵੀ ਦਿੱਤਾ ਉੱਥੋਂ ਅਸੀਂ ਸਟ੍ਰੈਸ ਨੂੰ ਕੈਲਕੂਲੇਟ ਕਰ ਲਾਂਗੇ। ਸੋ ਸਟ੍ਰੈਸ ਜਿਹੜੀ ਹੈ ਉਹ ਅਸੀਂ ਇੱਥੋਂ ਕੈਲਕੂਲੇਟ ਕਰ ਲਾਂਗੇ। ਇਹ ਚੀਜ਼ ਅਨਨੋਨ ਆ ਦੋਨੋਂ ਸਾਨੂੰ ਨੋਨ ਨੇਗੇ। ਜਿਹੜੀਆਂ ਨੋਨ ਨੇਗੀਆਂ ਉਹ ਫਿਗਰਸ ਕਿਹੜੀਆਂ ਨੇ ਤੇ ਇੱਕ ਸਾਡੇ ਕੋਲ ਸਟ੍ਰੇਨ ਨੋਨ ਹੈ। ਸੋ ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਨ ਦਾ ਯਤਨ ਕਰਦੇ ਹਾਂ E ਸਾਡੇ ਕੋਲ ਆ ਗਈ ਸਿਗਮਾ ਅਪਨ E ਔਰ ਸਟ੍ਰੈਸ ਕਾਦੇ ਬਰਾਬਰ ਆ ਕਿ ਦੋਨਾਂ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ। ਸੋ ਇੱਥੋਂ ਅਸੀਂ ਜਿਹੜੀ ਹੈ ਸਟ੍ਰੈਸ ਉਹਨੂੰ ਕੈਲਕੂਲੇਟ ਕਰ ਲਿਆ। ਸਟ੍ਰੈਸ ਕੈਲਕੂਲੇਟਡ ਸਾਡੇ ਕੋਲ ਆ ਗਈ ਹੈ 125 ਨਿਊਟਨ ਪਰ mm ਸਕੁਅਰ। ਟੂ ਫਾਈਂਡ ਦਾ ਟੈਂਸਾਈਲ ਫੋਰਸ ਇਨ ਦਾ ਬਾਰ। ਹੁਣ ਅਸੀਂ ਇਹਦੀ ਟੈਂਸਾਈਲ ਫੋਰਸ ਕੈਲਕੂਲੇਟ ਕਰਨੀ ਹੈ। ਵੀ ਨੋ ਜਿਹੜੀ ਟੈਂਸਾਈਲ ਫੋਰਸ ਆ ਉਹ ਕਦੇ ਬਰਾਬਰ ਹੈ ਸਟ੍ਰੈਸ ਜਿਹੜੀ ਸਾਡੇ ਕੋਲ ਹੁੰਦੀ ਹੈ ਦੈਟ ਇਜ਼ ਫੋਰਸ ਡਿਵਾਈਡਡ ਬਾਈ ਏਰੀਆ। ਏਰੀਆ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ ਸਟ੍ਰੈਸ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ। ਸੋ ਸਾਡੇ ਕੋਲ ਦੋ ਚੀਜ਼ਾਂ ਹੈਗੀਆਂ ਨੇ ਉੱਥੋਂ ਅਸੀਂ ਕੈਲਕੂਲੇਟ ਕਰ ਲਾਂਗੇ। तो साडे कोल जिहड़ी वैल्यू आ जाती है दैट इज 73.59 किलो न्यूटन। इहनूं असीं इत्थों कैलकुलेट कर लिया। लेट अस ट्राई नैक्सट क्वेश्चन। इहदे च असीं सर्कुलर जिहड़ा गा क्रॉस सैक्शन एरिया लिया ते उहदी 1.5 मीटर लॉन्ग लेंथ है। जदों असीं गिवन डाटे दे विच पहलां आवांगे की है गिवन देखो एरिया आ गया साडे कोल 20 into 20 क्योंकि स्क्वेयर है सर्कुलर नहीं हैगा। एल सानूं 1.5 दिता है P की वैल्यू दी है E की वैल्यू दी है। सो हुण असीं कैलकुलेट की करना सब तो पहला स्ट्रैस डेवलप्ड इन रॉड एक्चुअल पुल बटा एरिया। सो स्ट्रैस की वैल्यू आ गई चेंज इन लेंथ वो असीं इस फार्मूले तो कर लैंदे हां डेल्टा एल पी एल अपॉन ए ई। इत्थों कैलकुलेट किया तो साडे कोल वैल्यू आ गई। सो जिहड़ी स्ट्रेन है स्ट्रेन साडे कोल हुंदी है चेंज इन लेंथ डिवाइडेड बाय ओरिजिनल लेंथ। सो स्ट्रेन भी असीं कैलकुलेट कर लईए। बेशक वो क्वेश्चन दे विच नहीं पूछी गई सी पर मैं फिर भी इसनूं इत्थे कैलकुलेट करता कि स्ट्रेन कितनी आनी। नेक्स्ट क्वेश्चन इन अ टेंशन टेस्ट अ मेटालिक रॉड of diameter 16 mm produces an elongation of 48 mm when subjected to 90 kilonewton। The length of the bar is 125 mm। Find the modulus of elasticity। सो इहदे च सब तो पहला असीं गिवन की चीज़ां ने डायमीटर दिता है डेल्टा एल चेंज इन लेंथ दी है कितनी हुई है लोड दिता कितना लेंथ दी है असी कैलकुलेट की करना है ई की वैल्यू कैलकुलेट करनी है। सो सब तो पहला वही एरिया कैलकुलेट करेंगे फर्स्ट स्टैप दे विच। एरिया कैलकुलेट करने तो बाद चेंज इन लेंथ कैलकुलेट करेंगे। सो ई की वैल्यू असी इत्थों कैलकुलेट कर सकते हैं यंग्स मॉडुलस की वैल्यू इस फार्मूले क्योंकि सब ये साडे कोल डेल्टा एल गिवन दी हुई है P गिवन है L गिवन है A गिवन है A असीं कैलकुलेट कर लिया। सो जस्ट अननोन की है साडे कोल E उत्थों असीं उहनूं कैलकुलेट कर लैंदे उहदी वैल्यू इन्नी आ गई। हुण कुछ न्यूमेरिकल प्रॉब्लम्स ने जिहड़ियां तुसीं अपने लैवल ते सॉल्व करनियां ते ओह फिर मेरे नाल डिस्कस करनियां। मैं जिहड़ा सब तो पहली न्यूमेरिकल प्रॉब्लम है कि स्टील रॉड 25 mm डाया इहदे विच देखो गिवन की दिता तुहानूं डायामीटर देता एरिया कैलकुलेट कर लोगे लेंथ ऑफ देती है एल की वैल्यू देती है सानू एक्शियल पुल देता फाइंड असीं की करना स्ट्रैस सब तो पहला स्ट्रैस करनी ई की वैल्यू भी दी हुई है फिर स्ट्रेन फिर एलोंगेशन तीनों चीज़ां पहला आपां न्यूमेरिकल च कर चुके हैं। अगला न्यूमेरिकल इहदे विच देखो सानू फ्लैट है 100 mm इंटू 12 mm मतलब कि फ्लैट तो की है कि जस्ट साडी एक स्लैब की तरह ਉਹਦੇ ਵਿੱਚ ਸਾਨੂੰ ਦੋਨੋਂ ਚੀਜ਼ਾਂ ਦਿੱਤੀਆਂ ਨੇ ਤੁਸੀਂ ਉੱਥੋਂ ਕੈਲਕੂਲੇਟ ਕਰ ਸਕਦੇ ਉਹਦਾ ਏਰੀਆ ਕੈਲਕੂਲੇਟ ਕਰ ਸਕਦੇ ਹੋ 100 into 12 ਲਾ ਕੇ। फिर 5 मीटर लॉन्ग सानू लेंथ देती है ਉਹੀ ਪਹਿਲਾਂ ਵਾਂਗ 20 किलो न्यूटन तय। फिर असीं स्ट्रैस स्ट्रेन ते चेंज इन लेंथ जिहड़ी है कैलकुलेट करनी। नैक्सट जिहड़ा हैगा कि असीं कोई सानू वायर दित्ती है 4 mm इन डाया 4 मीटर लॉन्ग आ उस दे विच जिहड़ी हैगी इन्ना जिहड़ा पुल लग्गिया होया स्ट्रैच्ड बाय 3 mm अंडर द एक्शियल पुल चेंजिस इन लेंथ भी आ गई है। सो स्ट्रैस स्ट्रेन इंड्यूस्ड असीं उहदे विच पता करना आल्सो फाइंड द मॉडुलस ऑफ इलास्टिसिटी। सिमिलरली नैक्सट क्वेश्चन
ਇਹਦੇ ਵਿੱਚ ਵੀ ਸਾਨੂੰ ਜਿਹੜੀਆਂ ਚੀਜ਼ਾਂ ਗਿਵਨ ਨੇ, ਲੋਡ ਗਿਵਨ ਦਿੱਤਾ ਹੋਇਆ, ਫਾਈਂਡ ਦਾ ਮਿਨੀਮਮ ਡਾਇਆਮੀਟਰ ਆਫ ਸਟੀਲ ਕੇਬਲ ਇਫ ਦਾ ਸਟ੍ਰੈਸ ਇਜ਼ ਨਾਟ ਐਕਸੀਡ, ਇੱਥੇ ਸਟ੍ਰੈਸ ਦੇਤੀ ਹੈ, ਲੋਡ ਦਿੱਤਾ ਹੈ, ਉੱਥੋਂ ਸਾਡੇ ਕੋਲ ਏਰੀਆ ਆ ਜਾਊਗਾ, ਏਰੀਆ ਆਉਣ ਤੋਂ ਬਾਅਦ ਅਸੀਂ ਜਿਹੜਾ ਬਾਕੀ ਚੀਜ਼ਾਂ ਕੈਲਕੂਲੇਟ ਕਰ ਸਕਦੇ ਹਾਂ। ਸੋ ਥੈਂਕਸ ਅ ਲੋਟ ਸਟੂਡੈਂਟਸ, ਅੱਜ ਦਾ ਜਿਹੜਾ ਸੀਗਾ ਸਿਰਫ ਸਾਡਾ ਇੰਨਾ ਹੀ ਸੀਗਾ, ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਹੋਰ ਨਿਊਮੈਰੀਕਲਸ ਕਰਾਂਗੇ।